ਸੈਗਮੈਂਟ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਵੀਡੀਓ ਜੋ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਮੰਤਰੀ ਸਾਹਿਬ ਕਾਰ ਦੀ ਛੱਤ ਦੇ ਉੱਤੇ ਬੈਠੇ ਨੇ ਔਰ ਖੂਬ ਉਸ ਨੂੰ ਲੈ ਕੇ ਬਵਾਲ ਵੀ ਹੋ ਰਿਹਾ ਹੈ। ਪਰ ਉਸ ਤੋਂ ਪਹਿਲਾਂ ਖਬਰ ਮੋਗਾ ਤੋਂ। ਮੋਗਾ ਦੇ ਵਿੱਚ ਪੰਜਾਬ ਭਰ ਦੇ ਆੜ੍ਹਤੀਆਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਮੂੰਗੀ ਦੀ ਖਰੀਦ ਨੂੰ ਲੈ ਕੇ ਆੜ੍ਹਤੀਆਂ ਨੇ ਮੰਡੀਆਂ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ। ਪੰਜਾਬ ਦੇ ਵਿੱਚ ਪਹਿਲੀ ਵਾਰ ਮੂੰਗੀ ਦੀ ਫਸਲ ਤੇ ਸਰਕਾਰੀ ਰੇਟ ਤੈਅ ਹੋਇਆ ਤਾਂ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨੇ। ਪਰ ਕਿਸਾਨਾਂ ਦੇ ਚਿਹਰੇ ਖਿੜਵਾਉਣ ਵਾਲੀ ਮੂੰਗੀ ਆੜ੍ਹਤੀਆਂ ਦੇ ਲਈ ਮੁਸੀਬਤ ਬਣੀ ਨਜ਼ਰ ਆਉਂਦੀ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਸਾਨੂੰ ਕਮਿਸ਼ਨ ਤੋਂ ਬਾਹਰ ਰੱਖਿਆ ਗਿਆ ਹੈ। ਪੰਜਾਬ ਸਰਕਾਰ ਜਿਹੜੀ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕਿਸਾਨ ਤੇ ਆੜ੍ਹਤੀ 9 ਮਾਸ ਦਾ ਰਿਸ਼ਤਾ ਹੈ, ਅੱਜ ਉਹਦੇ ਰਿਸ਼ਤਿਆਂ ਦੇ ਵਿੱਚ ਫਰਕ ਪਾ ਰਹੀ ਹੈ ਪੰਜਾਬ ਸਰਕਾਰ। ਆੜ੍ਹਤੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਮੂੰਗੀ ਖਰੀਦਣ ਦੀ ਜ਼ਿੰਮੇਵਾਰੀ 40 ਸੁਸਾਇਟੀਜ਼ ਨੂੰ ਦਿੱਤੀ ਹੈ, ਜਦਕਿ ਪੰਜਾਬ ਭਰ ਦੇ 40,000 ਆੜ੍ਹਤੀਏ ਵਿਹਲੇ ਬੈਠੇ ਨੇ। ਲੇਕਿਨ ਜਦੋਂ ਸਾਨੂੰ ਸਿਸਟਮ ਦਾ ਪਤਾ ਲੱਗਿਆ ਵੀ ਇਹਨਾਂ ਨੇ ਸੁਸਾਇਟੀਆਂ ਦੇ ਥਰੂ ਖਰੀਦਣੀਆਂ, ਇਹਨਾਂ ਨੇ ਆੜ੍ਹਤੀਆਂ ਵਿੱਚੋਂ ਹੀ ਕੱਢਤੇ। ਮੂੰਗੀ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਆੜ੍ਹਤੀਆਂ ਦੀ ਮੰਗ ਹੈ ਕਿ ਝੋਨੇ ਅਤੇ ਕਣਕ ਦੀ ਤਰ੍ਹਾਂ ਖਰੀਦ ਦੇ ਵਿੱਚੋਂ ਉਹਨਾਂ ਦੀ ਆੜ੍ਹਤ ਵੀ ਤੈਅ ਕੀਤੀ ਜਾਵੇ। ਸਾਡੇ ਵੀ ਮੁਸ਼ਕਲ ਇਉਂ ਆ ਰਹੀ ਹੈ ਜੀ, ਸਰਕਾਰ ਨੇ ਸਾਨੂੰ MSP ਤਾਂ ਦਿੱਤੀ ਆ, ਪਰ ਹੁਣ 40 ਥਾਵਾਂ ਤੇ ਸੁਸਾਇਟੀਆਂ ਜਿਹੜੀਆਂ ਇਹਨਾਂ ਦੀਆਂ ਮਾਰਕਫੈੱਟ ਦੀਆਂ ਉਹ ਕਿ ਸਾਫ਼ ਕਰਕੇ 40,000 ਆੜ੍ਹਤੀਏ ਦਾ ਕੰਮ ਕਰਨਗੀਆਂ। ਮੈਂ ਤਾਂ ਉਹ ਗੱਲ ਨੂੰ ਮੰਨਦਾ ਨਹੀਂ ਵੀ 40 ਥਾਈਂ ਇਹ ਮੰਡੀਆਂ ਦੇ ਵਿੱਚ ਜਿਹੜੀ ਮੂੰਗੀ ਆ ਉਹ ਵਿਕ ਜੂਗੀ ਸਾਰੀ। ਤਾਂ ਸਰਕਾਰ ਕਿਸਾਨਾਂ ਨੂੰ ਅਪੀਲ ਕਰ ਰਹੀ ਹੈ ਕਿ ਖੇਤੀ ਵਿਭਿੰਨਤਾ ਵਾਲੇ ਪਾਸੇ ਜਾਓ, ਖਾਸ ਤੌਰ ਤੇ ਮੂੰਗੀ ਬੀਜੋ। ਮੂੰਗੀ MSP ਦੇ ਉੱਤੇ ਅਸੀਂ ਖਰੀਦਾਂਗੇ, ਪਰ ਜੇਕਰ ਆੜ੍ਹਤੀਏ ਹੜਤਾਲ ਕਰਦੇ ਨੇ, ਆੜ੍ਹਤੀਆਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਜਾਂਦਾ ਹੈ, ਤਾਂ ਫਿਰ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ। ਅੱਗੇ ਵਧਿਆ ਤੇ ਹੁਣ ਗੱਲ ਹਰਿਆਣਾ ਦੀ। ਹਰਿਆਣਾ ਦੇ ਵਿੱਚ ਰਾਜ ਸਭਾ ਦੀਆਂ 2 ਸੀਟਾਂ ਦੇ ਲਈ VOTING ਖਤਮ ਹੋ ਚੁੱਕੀ ਹੈ, ਪਰ ਵੋਟਾਂ ਦੀ ਗਿਣਤੀ ਸ਼ੁਰੂ ਨਹੀਂ ਹੋਈ। ਰਾਜ ਸਭਾ ਦੀਆਂ 2 ਸੀਟਾਂ ਦੇ ਲਈ 90 ਦੇ ਵਿੱਚੋਂ 99 ਵਿਧਾਇਕਾਂ ਨੇ ਵੋਟ ਕੀਤਾ। ਆਜ਼ਾਦ ਵਿਧਾਇਕ ਬਲਰਾਜ ਕੁੰਡੂ ਨੇ ਵੋਟ ਨਹੀਂ ਕੀਤਾ। ਰਾਜ ਸਭਾ ਚੋਣਾਂ ਦੇ ਵਿੱਚ ਵੋਟਾਂ ਦੀ ਗਿਣਤੀ 5 ਵਜੇ ਸ਼ੁਰੂ ਹੋਣੀ ਸੀ, ਪਰ ਚੋਣ ਕਮਿਸ਼ਨ ਤੋਂ ਅਜੇ ਤੱਕ ਵੋਟਾਂ ਦੀ ਗਿਣਤੀ ਕਰਨ ਦੀ ਇਜਾਜ਼ਤ ਨਹੀਂ ਮਿਲੀ, ਕਿਉਂਕਿ ਆਜ਼ਾਦ ਉਮੀਦਵਾਰ ਕਾਰਤਿਕੇ ਸ਼ਰਮਾ ਨੇ ਕਿਰਨ ਚੌਧਰੀ ਅਤੇ ਬੀਬੀ ਬੱਤਰਾ ਦੇ ਵੋਟ ਰੱਦ ਕਰਨ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਨੇ ਅਜੇ ਮਾਕਨ ਨੇ ਵੀ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ, ਜਿਸ ਦੇ ਵਿੱਚ ਕਿਹਾ ਗਿਆ ਕਿ ਕ੍ਰਿਸ਼ਨ ਲਾਲ ਪੰਵਾਰ ਅਤੇ ਕਾਰਤਿਕੇ ਸ਼ਰਮਾ ਆਪਣੀ ਹਾਰ ਦੇਖ ਕੇ ਸਾਫ਼ ਸੁਥਰੇ ਚੋਣਾਂ ਦੇ ਨਤੀਜਿਆਂ ਨੂੰ ਰੁਕਵਾਉਣ ਜਾਂ ਟਲਵਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ, ਜਦੋਂ ਕਿ ਰਿਟਰਨਿੰਗ ਆਫੀਸਰ ਨੇ ਬੀਬੀ ਬੱਤਰਾ ਤੇ ਕਿਰਨ ਚੌਧਰੀ ਦੀਆਂ ਵੋਟਾਂ ਨੂੰ ਪਹਿਲਾਂ ਹੀ ਵੈਲਿਡ ਐਲਾਨ ਕਰ ਦਿੱਤਾ ਹੈ। ਫਿਲਹਾਲ VOTING ਤੋਂ ਬਾਅਦ ਚੋਣ ਕਮਿਸ਼ਨ ਤੋਂ ਗਿਣਤੀ ਦੀ ਇਜਾਜ਼ਤ ਮੰਗੀ ਗਈ ਹੈ, ਜੋ ਅਜੇ ਤੱਕ ਨਹੀਂ ਮਿਲੀ। ਇਜਾਜ਼ਤ ਮਿਲਦੇ ਹੀ ਗਿਣਤੀ ਸ਼ੁਰੂ ਹੋਵੇਗੀ। ਹੁਣ ਅੱਗੇ ਵਧਦੇ ਤੇ ਖਬਰ ਗੜਸ਼ੰਕਰ ਤੋਂ ਲਵਾਂਗੇ। ਗੜਸ਼ੰਕਰ ਦੇ ਮਾਲਪੁਰ ਦੇ ਵਿੱਚ ਸਰਕਾਰੀ ਸਕੂਲ 'ਚ ਇੱਕ 80 ਸਾਲਾ ਬਜ਼ੁਰਗ ਦੇ ਨਾਲ ਲੁੱਟ ਖੋਹ ਹੋਈ। 80 ਸਾਲਾ ਬਜ਼ੁਰਗ ਸਕੂਲ ਦੇ ਕੋਲ ਖੜੀ ਆਪਣੀ ਪੋਤੀ ਨੂੰ ਉਡੀਕਦੀ ਹੈ ਤੇ ਇਹਨਾਂ ਨੂੰ ਇੱਕ ਸਵਿਫਟ ਕਾਰ ਆਉਂਦੀ ਹੈ ਤੇ ਉਸ ਦੇ ਵਿੱਚ ਬੈਠੀਆਂ ਮਹਿਲਾਵਾਂ ਕਹਿੰਦੀਆਂ ਨੇ ਕਿ ਮਾਸੀ ਜੀ ਆਓ ਤੁਹਾਨੂੰ ਘਰ ਛੱਡ ਦਿੰਦੇ ਆ। ਜਦੋਂ ਬਜ਼ੁਰਗ ਨੇ ਕਿਹਾ ਕਿ ਮੈਂ ਨਹੀਂ ਜਾਣਦੀ ਤਾਂ ਕਹਿੰਦੀਆਂ ਨੇ ਕਿ ਅਸੀਂ ਜਾਣਦੇ ਆ, ਤੁਹਾਡੇ ਹੀ ਘਰ ਜਾਣਾ ਹੈ। ਇਹਨਾਂ ਨੂੰ ਗੱਡੀ ਦੇ ਵਿੱਚ ਬਿਠਾ ਲੈਂਦੀਆਂ ਨੇ ਤੇ ਫਿਰ ਵਾਲੀਆਂ ਖੋ ਕੇ ਇਹ ਮਹਿਲਾਵਾਂ ਫਰਾਰ ਹੋ ਜਾਂਦੀਆਂ ਨੇ। ਖੜੀ ਗਈ ਸੀ, ਮੈਂ ਕਹਿੰਦੀ ਬਹਿ ਜਾਂਦਾ ਸੀ, ਤੇਰੇ ਘਰ ਨੂੰ ਜਾਣਾ। ਮੈਨੂੰ ਬਿਠਾ ਲਿਆ, ਪਤਾ ਨਹੀਂ ਲੱਗਾ ਕਾਹਦੇ ਵਿੱਚ ਬਿਠਾ ਲਿਆ। ਗੱਡੀ ਚਿੱਟੇ ਰੰਗ ਦੀ, ਜਿਸ ਟਾਈਮ ਉਤਰੀ ਉਸ ਟਾਈਮ ਮੈਨੂੰ ਪਤਾ ਲੱਗਾ। ਪੂਰੀ ਘਟਨਾ CCTV ਦੇ ਵਿੱਚ ਕੈਦ ਹੋ ਗਈ ਹੈ। ਫਿਲਹਾਲ ਪੁਲਿਸ ਨੇ CCTV ਨੂੰ ਕਬਜ਼ੇ ਦੇ ਵਿੱਚ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਸਵਾਲ ਇਹ ਜ਼ਰੂਰ ਉੱਠਦੇ ਨੇ ਕਿ ਆਖਿਰ ਇਸ ਤਰੀਕੇ ਨਾਲ ਘਟਨਾਵਾਂ ਨੂੰ ਅੰਜਾਮ ਜੇ ਪੰਜਾਬ ਦੇ ਵਿੱਚ ਦੇ ਰਹੇ ਨੇ ਤਾਂ ਫਿਰ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਕਿਉਂ ਨਾ ਉੱਠੇ, ਕਿਉਂਕਿ ਜਦੋਂ ਦਿਨ ਦਿਹਾੜੇ ਗੱਡੀ ਦੇ ਵਿੱਚ ਸਵਾਰ ਹੋ ਕੇ ਕੋਈ ਇਸ ਤਰੀਕੇ ਨਾਲ ਬਜ਼ੁਰਗ ਮਹਿਲਾ ਜਾਂ ਕਿਸੇ ਨੂੰ ਵੀ ਨਿਸ਼ਾਨਾ ਬਣਾਉਂਦਾ ਹੈ, ਉਸ ਨਾਲ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਤੇ ਹੁਣ ਗੱਲ ਕਰਦੇ ਹਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ, ਉਹਨਾਂ ਦੀਆਂ ਧੱਜੀਆਂ ਉਡਾਏ ਜਾਣ ਦੀ, ਜੋ ਕਿਸੇ ਹੋਰ ਨੇ ਨਹੀਂ ਸਗੋਂ ਟਰਾਂਸਪੋਰਟ ਮੰਤਰੀ ਸਾਹਿਬ ਨੇ ਉਡਾਈਆਂ। ਅੱਗੇ 2 ਪਾਇਲਟ ਜਿਪਸੀਆਂ ਤੇ ਪਿੱਛੇ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਕਾਰ ਤੇ ਕਾਰ ਦਾ ਸਨਰੂਫ ਖੁੱਲਾ ਤੇ ਉਸ ਤੇ ਬੈਠਾ ਇੱਕ ਸ਼ਖਸ ਤੇ ਉਸੇ ਕਾਰ ਦੇ ਦੋਵੇਂ ਪਾਸੇ ਲਟਕੇ ਹੋਏ ਨੇ 2 ਪੁਲਿਸ ਮੁਲਾਜ਼ਮ ਤੇ ਸਨਰੂਫ ਤੇ ਬੈਠਾ ਸ਼ਖਸ ਕੋਈ ਆਮ ਸ਼ਖਸ ਨਹੀਂ ਸਗੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਜੋ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਹਾਈ ਐਂਡ ਗੱਡੀ ਨੂੰ ਫੁੱਲ ਸਪੀਡਾਂ ਦੇ ਉੱਤੇ ਭਜਾ ਰਹੇ ਨੇ। ਮੰਤਰੀ ਜੀ ਆਪਣੀ ਜਾਨ ਦਾ ਜ਼ੋਖਮ ਦੇ ਵਿੱਚ ਪਾ ਹੀ ਰਹੇ ਨੇ, ਨਾਲ ਹੀ 2 ਪੁਲਿਸ ਮੁਲਾਜ਼ਮਾਂ ਦੀ ਜਾਨ ਵੀ ਜ਼ੋਖਮ ਦੇ ਵਿੱਚ ਪਾ ਦਿੱਤੀ ਗਈ। ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਆਪਣੀ ਜਾਨ ਦੀ ਬਾਜ਼ੀ ਲਗਾ ਕੇ
ਮੰਤਰੀ ਜੀ ਦੀ ਰੱਖਿਆ ਕਾਰ ਦੀ ਤਾਕੀ ਦੇ ਵਿੱਚੋਂ ਨਿਕਲ ਕੇ ਕਰ ਰਹੇ ਨੇ ਤਾਂ ਉੱਥੇ ਮੰਤਰੀ ਜੀ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਜਾਨ ਦੀ ਪਰਵਾਹ ਕੀਤਿਆਂ ਬਿਨਾਂ ਹੱਥ ਲਾ ਕੇ ਰਾਈਡ ਦਾ ਆਨੰਦ ਮਾਣ ਰਹੇ ਨੇ। ਉਧਰ ਮੰਤਰੀ ਲਾਲਜੀਤ ਭੁੱਲਰ ਨਾਲ ਨਿਊਜ਼ 18 ਨੇ ਗੱਲ ਕੀਤੀ ਤਾਂ ਉੱਥੇ ਉਹਨਾਂ ਕਿਹਾ ਕਿ ਜੇ ਲੋਕਾਂ ਨੂੰ ਗਲਤੀ ਲੱਗਦੀ ਹੈ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ। ਸਾਡੇ ਨਾਲ ਖੁਦ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੁੜ ਚੁੱਕੇ ਨੇ। ਭੁੱਲਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਸਿੱਧਾ ਜਿਹਾ ਸਵਾਲ ਹੈ, ਆਮ ਜਨਤਾ ਵੀ ਇਹ ਸਵਾਲ ਕਰੀ, ਅਸੀਂ ਵੀ ਸਵਾਲ ਕरें। ਤੁਸੀਂ ਟਰਾਂਸਪੋਰਟ ਮੰਤਰੀ ਹੋ, ਚੁਣੇ ਹੋਏ ਨੁਮਾਇੰਦੇ ਹੋ, ਕੈਬਨਿਟ ਮੰਤਰੀ ਹੋ, ਜੇਕਰ ਤੁਸੀਂ ਇਸ ਤਰ੍ਹਾਂ ਜਾਨਲੇਵਾ ਸਟੰਟ ਕਰੋਗੇ, ਨਿਯਮਾਂ ਦੀਆਂ ਧੱਜੀਆਂ ਉਡਾਓਗੇ ਤਾਂ ਫਿਰ ਆਮ ਲੋਕਾਂ ਨੂੰ, ਜਨਤਾ ਨੂੰ ਕਿਸ ਲਿਹਾਜ਼ ਦੇ ਨਾਲ ਅਪੀਲ ਕਰੋਗੇ ਕਿ ਉਹ ਨਿਯਮਾਂ ਦੀ ਪਾਲਣਾ ਕਰਨ? ਪਹਿਲਾਂ ਤੇ ਮੈਂ ਧੰਨਵਾਦ ਕਰਦਾ ਜੀ ਨਿਊਜ਼ 18 ਦਾ, ਜਿਨ੍ਹਾਂ ਨੇ ਮੇਰੇ ਨਾਲ ਗੱਲ ਕਰਨ ਦਾ, ਮੈਨੂੰ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਅੱਜ ਤੋਂ ਲਗਭਗ 2.5-3 ਮਹੀਨੇ ਹੋ ਗਏ ਜਦੋਂ ਵੋਟਾਂ ਦੀ ਗਿਣਤੀ ਹੋਈ ਆ, ਉੱਥੋਂ ਜਦੋਂ ਅਸੀਂ ਜਿੱਤ ਕੇ ਤੁਰੇ ਆ, ਉੱਥੋਂ ਦੀ ਆ ਫੋਟੋ ਦੀ ਵੀਡੀਓ ਕਿਸੇ ਨੇ ਬਣਾਈ, ਉੱਥੋਂ ਜਦੋਂ ਤੁਰੇ ਆ। ਪਰ ਤੁਹਾਨੂੰ ਲੱਗਦਾ ਨਹੀਂ ਕਿ ਸੂਬੇ ਦੀ ਜਨਤਾ ਤੋਂ, ਆਮ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ, ਇੱਕ ਐਗਜ਼ਾਮਪਲ ਵੀ ਸੈੱਟ ਹੋਣੀ ਚਾਹੀਦੀ ਹੈ? ਨਹੀਂ ਤਾਂ ਫਿਰ ਕੋਈ ਵੀ ਕਹਿ ਦੇਗਾ ਕਿ ਕਿਹੜਾ ਮੰਤਰੀ, ਇੱਕ ਵਿਧਾਇਕ ਜੇਕਰ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਤਾਂ ਫਿਰ ਆਮ ਲੋਕਾਂ ਨੂੰ ਕੀ ਅਪੀਲ ਕਰਾਂਗੇ? ਦੇਖੋ, ਆਮ ਲੋਕਾਂ ਨੇ ਜਿਨ੍ਹਾਂ ਨੇ ਚੁਣਿਆ, ਉਹਨਾਂ ਦੀ ਕਚਹਿਰੀ 'ਚ ਜੇ ਉਹ ਸਮਝਦਾ ਵੀ ਇਹ ਗਲਤ ਆ ਤੇ ਮੈਂ ਆਪਣੀ ਗਲਤੀ ਮੰਨਦਾ ਜੀ, ਵੀ ਜੇ ਗਲਤ ਆ ਤੇ ਜੇ ਲੋਕ ਸਮਝਦੇ ਗਲਤ ਆ, ਮੈਂ ਗਲਤੀ ਮੰਨਦਾ। ਵੈਸੇ ਤਾਂ ਟਰਾਂਸਪੋਰਟ ਮੰਤਰੀ ਦਾ ਕੰਮ ਹੁੰਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਤੇ ਕਰਵਾਉਣਾ, ਪਰ ਜਿੱਥੇ ਟਰਾਂਸਪੋਰਟ ਮੰਤਰੀ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਫਿਰ ਫਰਕ ਤਾਂ ਪੈਂਦਾ ਹੈ। ਮੰਤਰੀ ਸਾਹਿਬ ਦੇ ਮੋਢਿਆਂ ਦੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਔਰ ਇਹ ਜ਼ਿੰਮੇਵਾਰੀਆਂ ਦੇ ਵਿਚਾਲੇ ਜੇਕਰ ਮੰਤਰੀ ਸਾਹਿਬ ਦੀ ਵੀਡੀਓ ਗੱਡੀ ਦੀ ਛੱਤ ਦੇ ਉੱਤੇ ਬੈਠੇ ਸਾਹਮਣੇ ਆਉਂਦੀ ਹੈ ਫਿਰ ਉਸ ਨਾਲ ਫਰਕ ਤਾਂ ਪੈਂਦਾ ਹੈ। ਉਧਰ ਟਰਾਂਸਪੋਰਟ ਮੰਤਰੀ ਦੀ ਵੀਡੀਓ ਸਾਹਮਣੇ ਆਈ ਤਾਂ ਵਿਰੋਧੀਆਂ ਦੇ ਬਿਆਨ ਆਉਣੇ ਵੀ ਸ਼ੁਰੂ ਹੋ ਗਏ। ਕਹੀਏ ਕਿ ਮੰਤਰੀ ਸਾਹਿਬ ਨੂੰ ਵਿਰੋਧੀਆਂ ਨੇ ਘੇਰਾ ਪਾ ਲਿਆ। ਕੀ ਅਕਾਲੀ ਦਲ, ਕੀ ਬੀਜੇਪੀ ਤੇ ਕੀ ਕਾਂਗਰਸ, ਸਾਰੀਆਂ ਹੀ ਪਾਰਟੀਆਂ ਦੇ ਨਿਸ਼ਾਨੇ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨਜ਼ਰ ਆਏ। ਟਰਾਂਸਪੋਰਟ ਮੰਤਰੀ ਦੀ ਸਨਰੂਫ ਵਾਲੀ ਵੀਡੀਓ ਸਾਹਮਣੇ ਆਈ ਤਾਂ ਉਸੇ ਵੀਡੀਓ 'ਚ ਗਾਣੇ ਦੇ ਆਧਾਰ ਤੇ ਅਕਾਲੀ ਦਲ ਨੇ ਮੰਤਰੀ ਜੀ ਤੇ ਤਿੱਖੇ ਵਾਰ ਕਰਦਿਆਂ ਸੀਐਮ ਨੂੰ ਵੀ ਸਵਾਲ ਕਰ ਦਿੱਤੇ। और एक ट्रांसपोर्ट मंत्री है कि लोगों को ਜਿਹੜਾ ਟ੍ਰੈਫਿਕ ਦਾ ਡਿਸਪਲਿਨ ਹੈ ਉਸ ਮੈਂ ਭਗਵੰਤ ਜੀ ਨੂੰ ਪੁੱਛਦਾ ਕਿ ਕੀ ਅਸਰ ਕਿਉਂ ਦੱਸੋ ਆ ਜਿਹੜੇ ਤੁਸੀਂ ਤੋਹਫੇ ਦਿੱਤੇ ਆ ਪੰਜਾਬ ਨੂੰ ਇਹ ਕੀ ਸਵਾਲ ਨਿਕਲਿਆ। ਉਧਰ ਕਾਂਗਰਸ ਤੇ ਬੀਜੇਪੀ ਦਾ ਕਹਿਣਾ ਹੈ ਕਿ ਸੂਬੇ ਦੇ ਇੰਨੇ ਗੰਭੀਰ ਮੁੱਦੇ ਨੇ ਪਰ ਉਹਨਾਂ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਕੇ ਮੰਤਰੀ ਜੀ ਸਨਰੂਫ ਦੇ ਨਜ਼ਾਰੇ ਲੈ ਰਹੇ ਨੇ। ਪੰਜਾਬ ਦੇ ਟਰਾਂਸਪੋਰਟ ਮਿਨਿਸਟਰ ਸਰਦਾਰ ਲਾਲਜੀਤ ਸਿੰਘ ਭੁੱਲਰ कुछ ऐसियां हरकतां करते हुए दिखाई दे रहे हैं कि जो एक अल्लड़ जे लड़के करते हैं, एक मंत्री वाली, एक मैच्योर बंदे वाली कोई गल नहीं उन्होंने। ਵਿਰੋਧੀਆਂ ਦੇ ਨਿਸ਼ਾਨੇ ਤੇ ਟਰਾਂਸਪੋਰਟ ਮੰਤਰੀ ਨੇ ਤਾਂ ਮੰਤਰੀ ਸਾਹਿਬ ਨੇ ਵੀ ਫਿਰ ਟਵੀਟ ਕਰਕੇ ਸਫਾਈ ਦਿੱਤੀ ਤੇ ਉਹਨਾਂ ਨੇ ਲਿਖਿਆ ਕਿ ਸਵਾਲਾਂ ਦੇ ਘੇਰੇ 'ਚ ਮੇਰੀ ਵੀਡੀਓ ਕਰੀਬ 3 ਮਹੀਨੇ ਪੁਰਾਣੀ ਇੱਕ ਜਿੱਤ ਰੈਲੀ ਦੀ ਹੈ ਜੋ ਗੈਰ ਜ਼ਿੰਮੇਵਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਵਾਇਰਲ ਕੀਤੀ ਗਈ ਹੈ ਕਿਉਂਕਿ ਉਹ ਸਾਡੇ ਕੰਮ ਦੇਖ ਕੇ ਬੁਖਲਾਏ ਹੋਏ ਨੇ। ਮੈਂ ਇਸ ਦੇਸ਼ ਦਾ ਇੱਕ ਜ਼ਿੰਮੇਵਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ। ਇਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਖੈਰ ਵਿਰੋਧੀਆਂ ਨੂੰ ਜਦੋਂ ਮੌਕਾ ਮਿਲਦਾ ਤਾਂ ਵਿਰੋਧੀ ਫਿਰ ਨਹੀਂ ਛੱਡਦੇ ਔਰ ਖਾਸ ਤੌਰ ਤੇ ਜਦੋਂ ਵੀਡੀਓ ਵਾਲਾ ਮੌਕਾ ਮਿਲਿਆ ਹੋਵੇ ਔਰ ਤੇਜ਼ ਰਫ਼ਤਾਰ ਗੱਡੀ ਵਾਲਾ ਮੌਕਾ ਮਿਲਿਆ ਹੋਵੇ, ਕੈਬਨਿਟ ਮੰਤਰੀ ਦੀ ਵਾਇਰਲ ਵੀਡੀਓ ਵਾਲਾ ਮੌਕਾ ਮਿਲਿਆ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਗੁਰੂਗ੍ਰਾਮ ਦੇ ਵਿੱਚ ਕਾਲ ਗਰਲ ਦੇ ਝਾਂਸੇ ਦੇ ਵਿੱਚ ਆਈ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਇਲਜ਼ਾਮ ਨੇ ਕਿ ਪੀੜਤ ਨੌਜਵਾਨ ਨੂੰ ਇੱਕ ਕੁੜੀ ਨੇ ਗੁਰੂਗ੍ਰਾਮ ਦੇ ਇੱਕ ਹੋਟਲ ਦੇ ਵਿੱਚ ਸੱਦਿਆ ਅਤੇ ਫਿਰ ਉਸੇ ਕੁੜੀ ਨੇ ਹੋਟਲ ਦੇ ਵਿੱਚ 3 ਦੋਸਤਾਂ ਨੂੰ ਵੀ ਬੁਲਾ ਲਿਆ ਜਿਨ੍ਹਾਂ ਨੇ ਪਹਿਲਾਂ ਤਾਂ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਫਿਰ ਅਸ਼ਲੀਲ ਵੀਡੀਓ ਵੀ ਬਣਾਇਆ। उसने गेट खोला, 3 लड़के एकदम से एंटर हुए और मेरे को आते ही साथ मारना स्टार्ट कर दिया। मेरे मुंह में चद्दर दिली और उल्टा गिर के मेरे को पूरा उन्होंने मारना स्टार्ट कर दिया। ਇਹ 3 ਬਦਮਾਸ਼ ਨੌਜਵਾਨ ਨੂੰ ਅਗਵਾ ਕਰਕੇ ਨਾਰਨੌਲ ਲੈ ਗਏ। ਉੱਥੇ ਵੀ ਉਸ ਦੇ ਨਾਲ ਹੈਵਾਨੀਅਤ ਅਤੇ ਬਰਬਰਤਾ ਕੀਤੀ ਗਈ। फिर उन्होंने मेरे को लड़की के साथ जबरन वो सब पहले भी उन्होंने नॉर्मल बैठे भी मेरी फ़ोटो खींची, वो वीडियो बनाई और उसके बाद उसके लड़की ने कपड़े उतारे और मेरे भी कपड़े उन्होंने ज़बरदस्ती उतरवाए मेरे को मार के और उसके ऊपर लिटा के मेरी भी उन्होंने वीडियो बनाई। ਕਿਸੇ ਤਰ੍ਹਾਂ ਪੀੜਤ ਨੌਜਵਾਨ ਬਦਮਾਸ਼ਾਂ ਦੇ ਚੰਗੁਲ ਤੋਂ ਨਿਕਲ ਕੇ ਨਾਰਨੌਲ ਤੋਂ ਗੁਰੂਗ੍ਰਾਮ ਪਹੁੰਚਿਆ ਅਤੇ ਉਸਨੇ ਪੁਲਿਸ ਦੇ ਵਿੱਚ ਮਾਮਲੇ ਦੀ ਸ਼ਿਕਾਇਤ ਦਿੱਤੀ। ਹੁਣ ਪੁਲਿਸ ਪੂਰੇ ਮਾਮਲੇ ਦੇ ਵਿੱਚ ਤਫਤੀਸ਼ ਕਰ ਰਹੀ ਹੈ।
ਅੱਗੇ ਵਧਦੇ ਹਾਂ ਤੇ ਅੱਗੇ ਹੁਣ ਖਬਰ ਬਠਿੰਡਾ ਤੋਂ। ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ ਤੇ ਭੀੜ ਨੇ ਇੱਕ ਨੌਜਵਾਨ ਨੂੰ ਕਾਬੂ ਉੱਤੇ ਕੀਤਾ। ਆਲੇ ਦੁਆਲੇ ਭੀੜ ਤੇ ਭੀੜ ਦੇ ਵਿੱਚ ਬੈਠਾ ਇੱਕ ਨੌਜਵਾਨ ਜੋ ਦੁਹਾਈ ਦੇ ਰਿਹਾ ਹੈ ਕਿ ਵੀਡੀਓ ਨਾ ਬਣਾਓ। ਤਿੰਨ ਚਾਰ ਬੰਦੇ ਚਾਬੀਆਂ ਇੱਥੇ ਪਈਆਂ ਹੋਣੀਆਂ, ਚਾਬੀਆਂ ਇੱਥੇ ਪਈਆਂ ਹੋਣੀਆਂ, ਦੇਖੀ ਯਾਰ ਚਾਬੀਆਂ ਦੀਆਂ ਪਈਆਂ ਇੱਥੇ। ਤੇ ਇਸ ਨੌਜਵਾਨ ਤੇ ਮੋਟਰਸਾਈਕਲ ਚੋਰੀ ਕਰਨ ਦੇ ਇਲਜ਼ਾਮ ਲੱਗੇ ਨੇ। ਲੋਕਾਂ ਦਾ ਕਹਿਣਾ ਹੈ ਕਿ ਇਹ ਚੋਰੀ ਕਰਨ ਦੇ ਇਰਾਦੇ ਨਾਲ ਆਇਆ ਤੇ ਮੋਟਰਸਾਈਕਲ ਨੂੰ ਚਾਬੀ ਲਗਾ ਰਿਹਾ ਸੀ। ਉਸੇ ਸਮੇਂ ਲੋਕਾਂ ਨੇ ਕਾਬੂ ਕਰ ਲਿਆ। ਇਸ ਸ਼ਖਸ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਇਸ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ। ਦੋ ਚਾਰ ਇਹਨਾਂ ਨੇ ਮੁੰਡੇ ਨੇ ਫੜ ਲਿਆ ਤੇ ਉਹਨੂੰ ਲੈ ਚੱਲੇ ਚੌਕੀ ਪੁੱਛਦਾਸ ਕਰਦੇ ਕਿ ਦੇਖੋ ਕੀ ਕੁਝ ਮਿਲਿਆ ਇਹਦੇ ਕੋਲੋਂ? ਕੁਝ ਇਹਦੇ ਕੋਲ ਤਾਂ ਗੋਲੀਆਂ ਫਿਲਹਾਲ ਤੱਕ ਨਾ ਕੋਈ ਚਾਬੀ ਦੀ ਕੋਈ। ਸਬਜ਼ੀ ਮੰਡੀ ਦੇ ਵਿੱਚ ਮੌਜੂਦ ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ ਇਸ ਸ਼ਖਸ ਨੂੰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਦੁਰਾਹਾ ਦੀ। ਦੁਰਾਹਾ ਹੁਣ ਨਕਲੀ ਸਮਾਨ ਵੇਚਣ ਦੇ ਲਈ ਮਸ਼ਹੂਰ ਹੋਣ ਲੱਗਾ ਹੈ। ਵੀਰਵਾਰ ਨੂੰ ਨਕਲੀ ਖਾਦ ਮਿਲੀ ਤਾਂ ਸ਼ੁੱਕਰਵਾਰ ਨੂੰ ਕਰਿਆਨੇ ਦਾ ਸਮਾਨ। ਨਮਕ, ਸਰੋਂ ਦਾ ਤੇਲ ਤੇ ਹੋਰ ਘਰੇਲੂ ਵਰਤੋਂ ਵਾਲਾ ਸਮਾਨ ਜੋ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ। ਬ੍ਰਾਂਡ ਅਸਲੀ ਨਜ਼ਰ ਆਉਂਦਾ ਹੈ ਪਰ ਸਮਾਨ ਅੰਦਰ ਨਕਲੀ ਹੈ। ਪੁਲਿਸ ਨੇ ਰੇਡ ਕੀਤੀ ਤਾਂ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਇਹ ਸਮਾਨ ਮਿਲਿਆ ਤੇ ਮੌਕੇ ਤੋਂ 2 ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਰਕੇਸ਼ ਕਰਿਆਨਾ ਸਟੋਰ ਤੇ ਇੱਕ ਵਿੱਕੀ ਨਾਂ ਦਾ ਕੋਈ ਬੰਦਾ ਦਰਿਆਹੇ ਪਿੰਡ ਦੇ ਵਿੱਚ ਜਾਲੀ ਨਮਕ ਤੇ ਜਾਲੀ ਹਰਪਿਕ ਤੇ ਜਾਲੀ ਤੇਲ ਤਿਆਰ ਕਰਕੇ ਵੇਚਦੇ ਨੇ। ਅੱਗੇ ਤਫਤੀਸ਼ ਦੇ ਦੌਰਾਨ ਦੇ ਜਿਹੜੇ ਹੋਣਗੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ। ਵੀਰਵਾਰ ਨੂੰ ਖੇਤੀਬਾੜੀ ਮਹਿਕਮੇ ਨੇ ਵੀ ਦੁਰਾਹਾ ਦੀ ਇੱਕ ਫੈਕਟਰੀ ਦੇ ਵਿੱਚ ਰੇਡ ਕੀਤੀ ਸੀ। ਉੱਥੇ ਵੀ ਨਕਲੀ ਖਾਦ ਵੱਡੀ ਮਾਤਰਾ ਦੇ ਵਿੱਚ ਬਰਾਮਦ ਕੀਤੀ ਗਈ ਸੀ। ਕਿ ਜੇਕਰ ਇਸ ਤਰੀਕੇ ਨਾਲ ਲੋਕਾਂ ਨੂੰ ਪਰੋਸਿਆ ਜਾ ਰਿਹਾ ਨਕਲੀ ਸਮਾਨ ਤਾਂ ਫਿਰ ਇਹ ਸਿਹਤ ਦੇ ਲਈ ਵੀ ਦਿੱਕਤ ਹੈ। ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਜ਼ਰੂਰ ਉੱਥੇ ਦਿਖ ਰਹੀਆਂ ਨੇ, ਜਾਂਚ ਦਾ ਵਿਸ਼ਾ ਹੈ। ਖਬਰ ਜਲਾਲਾਬਾਦ ਤੋਂ ਲਵਾਂਗੇ। ਜਲਾਲਾਬਾਦ ਦੇ ਪਿੰਡ ਕੱਟੀਆਂ ਦੇ ਵਿੱਚ ਚਿੱਟੇ ਨੇ ਇੱਕ ਹੋਰ ਮਾਂ ਦੀ ਕੁੱਖ ਸੁੰਨੀ ਕਰ ਤੇ ਘਰ ਦੇ ਵਿੱਚ ਵਿਛਿਆ 70 ਤੇ ਰੋਣ ਦੀਆਂ ਆਵਾਜ਼ਾਂ ਦੀ ਵਜ੍ਹਾ 21 ਸਾਲ ਦੇ ਨੌਜਵਾਨ ਦੀ ਮੌਤ ਤੇ ਇਸ ਮੌਤ ਦੀ ਵਜ੍ਹਾ ਬਣਿਆ ਚਿੱਟਾ, ਜਿਸ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਭਾਵੁਕ ਹੋਏ ਪਰਿਵਾਰਕ ਮੈਂਬਰ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਨੇ ਕਿ ਚਿੱਟੇ ਦੇ ਵਪਾਰ ਨੂੰ ਬੰਦ ਕੀਤਾ ਜਾਵੇ ਤਾਂ ਜੋ ਇਹ 70 ਕਿਸੇ ਹੋਰ ਘਰ ਦੇ ਵਿੱਚ ਨਾ ਵਿਛਣ। ਸਾਡੇ ਪਿੰਡ ਪਹਿਲਾਂ ਵੀ ਕੁਝ ਦਿਨ ਪਹਿਲਾਂ ਇਹ ਹੋਈ ਘਟਨਾ ਵਾਪਰੀ ਸੀ ਤੇ ਚਿੱਟੇ ਦਾ ਕਾਰੋਬਾਰ ਲੋਕ ਬਹੁਤ ਕਰ ਰਹੇ ਨੇ। ਅਸੀਂ ਤਾਂ ਇਹ ਚਾਹੁੰਦੇ ਵੀ ਜਿਹੜੇ ਚਿੱਟੇ ਦਾ ਕਾਰੋਬਾਰ ਕਰ ਰਹੇ ਨੇ ਉਹ ਬੰਦ ਕੀਤਾ ਜਾਵੇ। ਉਧਰ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤੇ ਜਾਂਚ ਦਾ ਭਰੋਸਾ ਪੁਲਿਸ ਦੇ ਵੱਲੋਂ ਦਿੱਤਾ ਗਿਆ। ਪਰਿਵਾਰ ਬਾਰੇ ਕਹਿ ਰਹੇ ਨੇ ਚਿੱਟੇ ਨਾਲ ਮਰਿਆ। ਠੀਕ ਹੈ ਜੀ, ਆਪਾਂ ਉਹਦੀ ਕਾਰਵਾਈ ਕਰਕੇ ਤੇ ਪੋਸਟਮਾਰਟਮ ਜਦੋਂ ਕਰਾਵਾਂਗੇ, ਪੋਸਟਮਾਰਟਮ ਜੋ ਰਿਪੋਰਟ ਆਈ ਉਹਦੇ ਮੁਤਾਬਕ ਜਿਨ੍ਹਾਂ ਦੇ ਖਿਲਾਫ ਕਰਾਉਣਗੇ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਜਾਂਚ ਦੀ ਗੱਲ ਕਹਿ ਦਿੱਤੀ ਜਾਂਦੀ ਹੈ, ਨਕੇਲ ਕਸਣ ਦਾ ਦਾਅਵਾ ਕਰ ਦਿੱਤਾ ਜਾਂਦਾ ਹੈ, ਪਰ ਨਸ਼ੇ ਦੇ ਸੁਦਾਗਰ ਆਪਣੇ ਮਨਸੂਬਿਆਂ ਨੂੰ ਪੂਰਾ ਕਰ ਰਹੇ ਨੇ ਤੇ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ। ਸਵਾਲ ਇਹ ਹੈ ਕਿ ਜਦੋਂ ਕੋਈ ਜਾਂਚ ਸਿਰੇ ਨਾ ਚੜੇ, ਜਦੋਂ ਕੋਈ ਦਾਅਵੇ ਦੇ ਵਿੱਚ ਦਮ ਨਾ ਨਜ਼ਰ ਆਵੇ ਤੇ ਜਦੋਂ ਨਸ਼ਾ ਇਸੇ ਤਰੀਕੇ ਨਾਲ ਵਿਕਦਾ ਰਹੇ ਤੇ ਜਦੋਂ ਨਸ਼ੇ ਦੀ ਵਜ੍ਹਾ ਨਾਲ ਨੌਜਵਾਨ ਮਰਦੇ ਹੋਏ ਸਾਹਮਣੇ ਆਉਣ ਦੀਆਂ ਤਸਵੀਰਾਂ ਆਉਂਦੀਆਂ ਰਹਿਣ, ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਜਿਹੇ ਲੁਟੇਰੇ ਨੂੰ ਕਾਬੂ ਕੀਤਾ ਜੋ ਪੁਲਿਸ ਨੂੰ ਵੀ ਗੁੰਮਰਾਹ ਕਰ ਰਿਹਾ ਸੀ ਤੇ ਇਹ ਉਹ ਲੁਟੇਰਾ ਜੋ ਜੰਡਿਆਲਾ ਦੀ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ। 8 ਜੂਨ ਨੂੰ ਮੁਲਜ਼ਮ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਰਾਤ ਦੇ ਵਿੱਚ 41,000 ਰੁਪਏ ਕੈਸ਼ ਅਤੇ ਟੈਬ ਖੋਲੇ ਗਏ ਨੇ, ਜਿਸ ਤੋਂ ਬਾਅਦ ਮੁਲਜ਼ਮ ਨੇ 9 ਤਰੀਕ ਨੂੰ ਪੈਸੇ ਬੈਂਕ ਦੇ ਵਿੱਚ ਜਮ੍ਹਾਂ ਕਰ ਲਏ। ਜਿਸ ਤੋਂ ਪੁਲਿਸ ਨੇ ਜਾਂਚ ਕੀਤੀ ਤਾਂ ਪੁਲਿਸ ਨੇ ਫਿਰ ਬੈਂਕ ਦੀ ਰਸੀਦ, ਮੋਟਰਸਾਈਕਲ ਤੇ ਕੰਪਨੀ ਦੀ ਟੈਬ ਬਰਾਮਦ ਕਰ ਲਈ। ਉਸ ਦੇ ਖਾਤੇ ਕੁਲਦੀਪ ਸਿੰਘ ਦੇ ਖਾਤੇ 'ਚ ਪੈਸੇ ਪਵਾਤੇ ਸੀਗੇ 49000 ਰੁਪਏ। ਅੱਛਾ ਜੀ, ਹਾਂਜੀ। ਉਹ ਚੈੱਕ ਕਰਨ ਤੋਂ ਬਾਅਦ ਉਸੇ ਦਿਨ ਹੀ ਦੇਖੋ ਨਾ ਡੇਟ ਵੀ ਪਈ ਹੋਈ ਉੱਪਰ 8 ਜਦੋਂ ਸ਼ਿਕਾਇਤ ਕਰਤਾ ਹੀ ਚੋਰ ਨਿਕਲੇ, ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਗੁਰੂਗ੍ਰਾਮ ਤੋਂ ਹੈ। ਗੁਰੂਗ੍ਰਾਮ ਦੇ ਵਿੱਚ ਉਸਾਰੀ ਅਧੀਨ ਬਿਲਡਿੰਗ ਦੇ ਵਿੱਚ 2 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇੱਕ ਮਜ਼ਦੂਰ ਗੰਭੀਰ ਜ਼ਖਮੀ ਹੋ ਗਿਆ। ਮਾਮਲਾ ਸੈਕਟਰ 15 ਦੀ ਉਸਾਰੀ ਅਧੀਨ ਬਿਲਡਿੰਗ ਦੇ ਵਿੱਚ ਕੰਮ ਕਰ ਰਹੇ ਸਦਾਮ ਦੇ ਨਾਲ ਜੁੜਿਆ ਹੋਇਆ ਹੈ। ਸਦਾਮ ਨਾਮ ਦਾ ਮਿਸਤਰੀ 19ਵੀਂ ਮੰਜ਼ਿਲ ਤੋਂ ਅਚਾਨਕ ਹੇਠਾਂ ਆ ਡਿੱਗਿਆ।
ਸਦਾਮ ਸਿੱਧਾ ਦੂਜੇ ਫਲੋਰ ਦੇ ਉੱਤੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੇ ਉੱਤੇ ਡਿੱਗਿਆ। ਹਾਦਸੇ 'ਚ ਸਦਾਮ ਦੀ ਮੌਕੇ ਦੇ ਉੱਤੇ ਮੌਤ ਹੋ ਗਈ, ਜਦਕਿ ਦੋ ਹੋਰ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਦੇ ਵਿੱਚੋਂ ਇੱਕ ਦੀ ਮੌਤ ਹਸਪਤਾਲ ਲੈ ਜਾਂਦੇ ਸਮੇਂ ਹੋ गई। मेरा भाई यहाँ से काम करने आता था, ये मेरा जुग्गी है ना सामने, ये जुग्गी से इधर आता था काम करने के लिए। तो मेरा भाई, तो मैं उसको मना कर रहा था, मेरे भाई ऐसे काम सिटिंग फिटिंग का काम पे मत क्या कर भाई, क्योंकि ये सब काम रिस्क का होता है। भाई देखो ये कंपनी में काम कर रहा था, ऊपर से गिर गया, सेफ्टी थी नहीं। ਦੱਸਿਆ ਜਾ ਰਿਹਾ ਕਿ ਮਜ਼ਦੂਰ ਬਿਨਾਂ ਸੁਰੱਖਿਆ ਬੈਲਟ ਦੇ ਕੰਮ ਕਰ ਰਹੇ ਸਨ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ, ਜਿਸ ਤੋਂ ਬਾਅਦ ਹੀ ਹਾਦਸੇ ਦੀ ਅਸਲ ਵਜ੍ਹਾ ਦਾ ਖੁਲਾਸਾ ਹੋ ਸਕੇਗਾ। ਜਦੋਂ ਉੱਚੀ ਬਿਲਡਿੰਗਸ ਦੇ ਵਿੱਚ ਧਿਆਨ ਨਾ ਰੱਖਿਆ ਜਾਵੇ ਸੁਰੱਖਿਆ ਦਾ ਔਰ ਕਿਸੇ ਦੀ ਮੌਤ ਹੋ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਬਹਾਦਰਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਤੇਜ਼ ਰਫ਼ਤਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਅੰਕਰ ਸੀ ਕਿ ਕਾਰ ਡਿਵਾਈਡਰ ਦੇ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਪਹੁੰਚ ਗਈ, ਜਿੱਥੋਂ ਸਾਹਮਣੇ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਡਰਾਈਵਰ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ, ਜਦੋਂ ਕਿ ਬੱਸ ਦੇ ਵਿੱਚ ਸਵਾਰ ਮੁਸਾਫਰਾਂ ਨੂੰ ਵੀ ਸੱਟਾਂ ਲੱਗੀਆਂ ਨੇ। अपने रोड टोल के पास शायद नींद आने के कारण या किसी ने का ये एक्सीडेंट हुआ, जो गाड़ी कूद कर रॉन्ग साइड आ गई, ऊपर से कूद के, और उसमें जो है बस अपनी जो पंजाब रोडवेज की बस है उसके साथ इसके आमने सामने टक्कर हुई, जिसमें गाड़ी चालक है उसकी मौके पर ही मौत हो गई। ਮ੍ਰਿਤਕ ਕਾਰ ਡਰਾਈਵਰ ਪ੍ਰਦੀਪ ਦਿੱਲੀ ਦੇ ਦਵਾਰਕਾ ਦਾ ਰਹਿਣ ਵਾਲਾ ਸੀ, ਜੋ ਬਹਾਦਰਗੜ੍ਹ ਰਿਸ਼ਤੇਦਾਰ ਨੂੰ ਮਿਲ ਕੇ ਰੋਹਤਕ ਦੇ ਵੱਲ ਜਾ ਰਿਹਾ ਸੀ। ਖਦਸ਼ਾ ਜਤਾਇਆ ਜਾ ਰਿਹਾ ਕਿ ਵਾਪਸ ਪਰਦੇ ਸਮੇਂ ਕਾਰ ਚਾਲਕ ਨੂੰ ਨੀਂਦ ਦੀ ਝਪਕੀ ਲੱਗੀ ਹੋਵੇਗੀ ਅਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਟਕਰਾ ਗਈ ਤੇ ਸੜਕ ਦੇ ਦੂਜੇ ਪਾਸੇ ਪਹੁੰਚ ਗਈ ਅਤੇ ਦਰਦਨਾਕ ਹਾਦਸਾ ਵਾਪਰ ਗਿਆ। ਤਾਂ ਕਾਰ ਦੀ ਹਾਲਤ ਦੱਸ ਰਹੀ ਹੈ ਕਿ ਹਾਦਸਾ ਕਿੰਨਾ ਜ਼ਬਰਦਸਤ ਤੇ ਭਿਆਨਕ ਸੀ। ਖੈਰ, ਜਦੋਂ ਰੋਡ ਦੇ ਉੱਤੇ ਜਾਂਦੇ ਸਮੇਂ ਰਫ਼ਤਾਰ ਦੇ ਉੱਤੇ ਕੰਟਰੋਲ ਨਾ ਰੱਖਿਆ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਫਰਕ ਤਾਂ ਪੈਂਦਾ ਦੇ ਵਿੱਚ ਵੇਲਾ ਤੁਹਾਡੇ ਤੋਂ ਅੱਜ ਇਜਾਜ਼ਤ ਲੈਣ ਦਾ ਹੋ ਚੱਲਿਆ। ਮੁਲਾਕਾਤ ਫਿਰ ਹੋਵੇਗੀ। ਫਿਲਹਾਲ ਦੇ ਲਈ ਇਜਾਜ਼ਤ ਦਿਓ। ਧੰਨਵਾਦ।